ਨਸ਼ਾ ਪੰਜਾਬ ਨੇ ਪੂਰੀ ਦੁਨੀਆ ਲਈ ਬਹੁਤ ਵੱਡੀ ਸਮੱਸਿਆ ਹੈਗਾ ਔਰ ਤੁਸੀਂ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ, ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਬੂਰ ਵੀ ਪੈਂਦਾ ਪਰ ਪੂਰੀ ਤਰ੍ਹਾਂ ਇਹ ਜਿਹੜੀ ਲਾਹਨਤ ਹੈ ਇਹ ਜੜੋਂ ਕਿਉਂ ਨਹੀਂ ਖਤਮ ਹੋ ਰਹੀ। ਕਿ ਨਸ਼ਾ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਫੈਲਿਆ ਹੈ, ਨਾ ਸਿਰਫ ਪੰਜਾਬ ਵਿੱਚ, ਪੂਰੀ ਦੁਨੀਆ ਦੇ ਵਿੱਚ। ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਉਹ ਚਲਾਏ ਜਾਂਦੇ ਆ, ਅਲੱਗ-ਅਲੱਗ ਤਰੀਕੇ ਨਾਲ ਪ੍ਰੋਗਰਾਮ ਜਿਹੜੇ ਚੱਲ ਰਹੇ ਆ। ਸਰਕਾਰੀ ਸੰਸਥਾਵਾਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਚਲਾਏ ਜਾ ਰਹੇ ਆ ਔਰ ਵਧੀਆ ਗੱਲ ਇਹ ਹੈ ਕਿ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ। ਕਿਸੇ ਮਰੀਜ਼ ਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ ਇਲਾਜ ਕਰਾਉਣ ਵਾਸਤੇ। ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਦਾ ਕਿਰਦਾਰ ਇੰਨਾ ਕੁ ਵਧੀਆ ਕਰ ਦਈਏ, ਇੰਨਾ ਕੁ ਉੱਪਰ ਤੱਕ ਲੈ ਜਾਈਏ, ਇੰਨਾ ਕੁ ਉਹਨਾਂ ਨੂੰ ਸਪੋਰਟਿਵ ਬਣਾ ਸਪੋਰਟ ਦਈਏ ਸੁਸਾਇਟੀ ਵੱਲੋਂ ਕਿ ਉਹ ਨਸ਼ਿਆਂ ਵਾਲੇ ਪਾਸੇ ਜਾਣ ਹੀ ਨਾ ਕਿ ਉਹਨਾਂ ਨੂੰ ਦੁਤਕਾਰ ਕੇ ਇੱਕ ਵਾਰੀ ਜਿਹੜਾ ਨਸ਼ਾ ਕਰਨ ਲੱਗ ਗਿਆ ਤਾਂ ਉਹਨੂੰ ਨਸ਼ੇੜੀ ਕਹਿ ਕੇ ਉਹਨੂੰ ਦੁਤਕਾਰ ਦਿੱਤਾ ਜਾਵੇ, ਉਹਨੂੰ ਆਪਣੇ ਤੋਂ ਦੂਰ ਕੀਤਾ ਜਾਵੇ। ਦੇਖੋ, ਇੱਕ ਬਿਮਾਰੀ ਹੈ, ਬਿਮਾਰੀ ਜਿਹੜੀ ਬਾਰ-ਬਾਰ ਹੋਣ ਵਾਲੀ ਬਿਮਾਰੀ ਹੈ। ਸੋ ਇਸ ਦੇ ਵਾਸਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਇਲਾਜ ਕਰਵਾ ਲੈਂਦੇ ਹਾਂ ਉਸ ਤੋਂ ਬਾਅਦ ਫੈਮਿਲੀ ਦਾ, ਸੁਸਾਇਟੀ ਦੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਹਦੇ ਵਾਸਤੇ ਜ਼ਰੂਰੀ ਹੈ ਕਿ ਜਦੋਂ ਵੀ ਐਸੇ ਬੱਚੇ ਨੂੰ ਕਦੀ ਤਲਬ ਮਹਿਸੂਸ ਹੁੰਦੀ ਹੈ ਜਾਂ ਲੱਗਦਾ ਕਿ ਮੈਂ ਨਸ਼ੇ ਵਾਲੇ ਪਾਸੇ ਜਾਣ ਨੂੰ ਮਨ ਕਰ ਰਿਹਾ ਤਾਂ ਉਹਨੂੰ ਕਾਉਂਸਲਰ ਕੋਲ ਜਾਣਾ ਚਾਹੀਦਾ ਜਾਂ ਕਾਉਂਸਲਰ ਦੇ ਨਾਲ ਡਿਸਕਸ ਕੰਸਲਟ ਕਰ ਲੈਣਾ ਚਾਹੀਦਾ ਬਜਾਏ ਕਿ ਨਸ਼ੇ ਵਾਲੇ ਪਾਸੇ ਜਾਣ ਦੇ। ਨਸ਼ਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਲਈ ਬਹੁਤ ਵੱਡੀ ਸਮੱਸਿਆ ਹੈਗਾ। ਨਸ਼ੇ ਨੂੰ ਦੁਨੀਆ ਤੋਂ ਦੂਰ ਭਜਾਉਣ ਵਾਸਤੇ, ਨਸ਼ੇ ਨੂੰ ਖਤਮ ਕਰਨ ਵਾਸਤੇ ਤੇ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਨਾ ਫਸੇ, ਇਸ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਹੋਰ तमाम ਸੰਸਥਾਵਾਂ ਦੇ ਵੱਲੋਂ ਸਮੇਂ-ਸਮੇਂ ਤੇ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਇਹਨਾਂ ਕੋਸ਼ਿਸ਼ਾਂ ਨੂੰ ਸਮੇਂ-ਸਮੇਂ ਤੇ ਬੂਰ ਵੀ ਪੈਂਦਾ ਪਰ ਇਸ ਕੋੜ ਨੂੰ ਜੜੋਂ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਉਹ ਹਾਲੇ ਜਿਹੜੀ ਦੂਰ ਜਾਪਦੀ ਹੈ। ਅਸੀਂ ਕਪੂਰਥਲਾ ਦੇ ਵਿੱਚ ਇਸ ਵੇਲੇ ਮੌਜੂਦ ਹਾਂ ਤੇ ਡਾਕਟਰ ਸੰਦੀਪ ਭੋਲਾ ਹੋਣੀ ਸਾਡੇ ਨਾਲ ਨੇ, ਜਿਹੜੇ ਨਸ਼ਾ ਛਡਾਊ ਕੇਂਦਰ ਕਪੂਰਥਲਾ ਦੇ ਇੰਚਾਰਜ ਨੇ ਤੇ ਇਹਨਾਂ ਨੂੰ ਨਸ਼ਾ ਖਾਤਮੇ ਵਾਸਤੇ, ਨਸ਼ਿਆਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਾਸਤੇ ਬਹੁਤ ਵਾਰ ਵੱਡੇ ਪੱਧਰ ਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ। ਡਾਕਟਰ ਭੋਲਾ ਜੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ-ਬਹੁਤ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਕਿ ਨਸ਼ਾ ਪੰਜਾਬ ਨੇ ਪੂਰੀ ਦੁਨੀਆ ਲਈ ਬਹੁਤ ਵੱਡੀ ਸਮੱਸਿਆ ਹੈਗਾ ਔਰ ਤੁਸੀਂ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ, ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਬੂਰ ਵੀ ਪੈਂਦਾ ਪਰ ਪੂਰੀ ਤਰ੍ਹਾਂ ਇਹ ਜਿਹੜੀ ਲਾਹਨਤ ਹੈ ਇਹ ਜੜੋਂ ਕਿਉਂ ਨਹੀਂ ਖਤਮ ਹੋ ਰਹੀ? ਜੀ, ਇਹਦੇ 'ਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਸ਼ਾ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਫੈਲਿਆ ਹੈ, ਨਾ ਸਿਰਫ ਪੰਜਾਬ ਵਿੱਚ, ਪੂਰੀ ਦੁਨੀਆ ਦੇ ਵਿੱਚ। ਔਰ ਉਹਦੇ ਵਿੱਚ ਜੋ ਵੀ ਸਰਕਾਰਾਂ ਦੀਆਂ, ਜੋ ਵੀ ਪਾਲਿਸੀ ਮੇਕਰਸ ਹੈ, ਆਪਣੇ ਪੱਧਰ ਤੇ ਬਹੁਤ ਵਧੀਆ ਤਰੀਕੇ ਨਾਲ ਪਿਛਲੇ ਸਮੇਂ ਵਿੱਚ ਵੀ ਕੰਮ ਕਰਦੇ ਰਹੇ ਆ। ਹੁਣ ਵੀ ਬਹੁਤ ਜ਼ਿਆਦਾ ਇਹਦੇ ਤੇ ਕੰਮ ਹੋ ਰਿਹਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਉਹ ਚਲਾਏ ਜਾਂਦੇ ਆ, ਅਲੱਗ-ਅਲੱਗ ਤਰੀਕੇ ਨਾਲ ਪ੍ਰੋਗਰਾਮ ਜਿਹੜੇ ਚੱਲ ਰਹੇ ਆ। ਸਰਕਾਰੀ ਸੰਸਥਾਵਾਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਚਲਾਏ ਜਾ ਰਹੇ ਔਰ ਵਧੀਆ ਗੱਲ ਇਹ ਹੈ ਕਿ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ। ਕਿਸੇ ਮਰੀਜ਼ ਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ ਇਲਾਜ ਕਰਾਉਣ ਵਾਸਤੇ। ਸੋ ਕਿਉਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਉਹਦਾ ਰਿਜ਼ਲਟ ਨਹੀਂ ਨਿਕਲ ਕੇ ਸਾਹਮਣੇ ਦਿਖ ਰਿਹਾ ਜਾਂ ਉਹਦਾ ਨਤੀਜਾ ਨਹੀਂ ਸਾਹਮਣੇ ਨਜ਼ਰ ਆ ਰਿਹਾ, ਉਹਦੇ ਵਿੱਚ ਬਹੁਤ ਇੱਕ ਵੱਡਾ ਕਾਰਨ ਇਹ ਹੈ ਕਿ ਜੋ ਮੈਨੂੰ ਸਮਝ ਆਉਂਦੀ ਹੈ ਕਿ ਬਹੁਤ ਸਮਾਜ ਦੀ ਜਿਹੜੀ ਭਾਗੀਦਾਰੀ ਹੈ ਉਹ ਬਹੁਤ ਪੂਰੀ ਤਰ੍ਹਾਂ ਜਿੰਨੀ ਹੋਣੀ ਚਾਹੀਦੀ ਹੈ ਉਨੀ ਨਹੀਂ ਹੈ। ਕਿ ਸੁਸਾਇਟੀਜ਼, NGOs ਜਾਂ ਹੋਰ ਸਿਵਲ ਸੁਸਾਇਟੀ ਦੇ ਮੈਂਬਰਸ, ਜਿਹੜੇ ਮੋਹਤਵਰ ਵਿਅਕਤੀ ਹੈ ਸੁਸਾਇਟੀ ਦੇ, ਉਹ ਬਹੁਤ ਜ਼ਿਆਦਾ ਉਹ ਵੱਧ ਚੜ੍ਹ ਕੇ ਇਹਨਾਂ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲੈਂਦੇ, ਇਹਨਾਂ ਪ੍ਰੋਗਰਾਮਾਂ ਵਿੱਚ ਯੋਗਦਾਨ ਨਹੀਂ ਪਾਉਂਦੇ। ਸੋ ਉਸ ਚੀਜ਼ ਦੀ ਕਮੀ ਹੈ ਕਿ ਜਿਹੜੇ ਮਰੀਜ਼ ਅਸੀਂ ਇਲਾਜ ਕਰਕੇ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਦਾ ਕਿਰਦਾਰ ਇੰਨਾ ਕੁ ਵਧੀਆ ਕਰ ਦਈਏ, ਇੰਨਾ ਕੁ ਉੱਪਰ ਤੱਕ ਲੈ ਜਾਈਏ, ਇੰਨਾ ਕੁ ਉਹਨਾਂ ਨੂੰ ਸਪੋਰਟ ਦਈਏ ਸੁਸਾਇਟੀ ਵੱਲੋਂ ਕਿ ਉਹ ਨਸ਼ਿਆਂ ਵਾਲੇ ਪਾਸੇ ਜਾਣ ਹੀ ਨਾ। ਫਿਰ ਦੂਸਰੀ ਚੀਜ਼ ਇਹ ਆ ਜਾਂਦੀ ਹੈ ਕਿ ਜਦੋਂ ਉਹਨਾਂ ਨੇ ਇਲਾਜ ਕਰਵਾ ਲਿਆ, ਇਲਾਜ ਕਰਾਉਣ ਤੋਂ ਬਾਅਦ ਸਿਵਲ ਸੁਸਾਇਟੀ ਦੇ ਮੇਨ ਸਟਰੀਮ ਦੇ ਵਿੱਚ ਜਾਂਦੇ ਹੈ ਤਾਂ ਉਹਨਾਂ ਦਾ ਪੂਰਾ ਇੱਜ਼ਤ ਮਾਣ ਦਿੱਤਾ ਜਾਵੇ, ਉਹਨਾਂ ਨੂੰ ਪੂਰਾ ਖਿਆਲ ਰੱਖਿਆ ਜਾਵੇ, ਉਹਨਾਂ ਦਾ ਪੂਰਾ ਖਿਆਲ ਕੀਤਾ ਜਾਵੇ, ਉਹਨਾਂ ਨੂੰ ਪੂਰਾ ਪਿਆਰ ਦਿੱਤਾ ਜਾਵੇ, ਉਹਨਾਂ ਨੂੰ ਪੂਰੀ ਕੇਅਰ ਕੀਤੀ ਜਾਵੇ ਕਿ ਜਿਸ ਦੇ ਕਿ ਉਹ ਹੱਕਦਾਰ ਹੈ। ਨਾ ਕਿ ਉਹਨਾਂ ਨੂੰ ਦੁਤਕਾਰ ਕੇ ਇੱਕ ਵਾਰੀ ਜਿਹੜਾ ਨਸ਼ਾ ਕਰਨ ਲੱਗ ਗਿਆ ਤਾਂ ਉਹਨੂੰ ਨਸ਼ੇੜੀ ਕਹਿ ਕੇ ਉਹਨੂੰ ਦੁਤਕਾਰ ਦਿੱਤਾ ਜਾਵੇ, ਉਹਨੂੰ ਆਪਣੇ ਤੋਂ ਦੂਰ ਕੀਤਾ ਜਾਵੇ। ਉਹਦੇ ਨਾਲ ਇਹ ਹੈ ਕਿ ਵਿਅਕਤੀ ਜਿੱਦਾਂ ਜਿਹੜਾ ਮਨ ਥੋੜ੍ਹਾ ਜਿਹਾ ਠੀਕ ਹੋਇਆ ਸੀ, ਜਿਹੜਾ ਉਹਦਾ ਮਨ ਠੀਕ ਪਾਸੇ ਚੱਲਣਾ ਸ਼ੁਰੂ ਹੋਇਆ ਸੀ, ਉਹ ਹੋਰ ਜ਼ਿਆਦਾ ਫਿਰ ਦੁਬਾਰਾ ਦੂਸਰੇ ਪਾਸੇ ਨੂੰ ਚੱਲਣਾ ਸ਼ੁਰੂ ਹੋ ਜਾਂਦਾ। ਸੋ ਇਹ ਚੀਜ਼ਾਂ ਦੀ ਬਹੁਤ ਆਪਣੀ ਹਜੇ ਸੁਸਾਇਟੀ ਵਿੱਚ ਕਮੀ ਹੈ, ਜਿਸ ਨੂੰ ਕਿ ਦੂਰ ਕਰਨਾ ਬਹੁਤ ਲਾਜ਼ਮੀ ਹੈ
ਕਿ ਜਿਸ ਤੋਂ ਕਿ ਬਿਨਾਂ ਕਿ ਜਿਹੜੇ ਨਤੀਜਿਆਂ ਦੀ ਅਸੀਂ ਗੱਲ ਕਰਦੇ ਹਾਂ ਉਹ ਕਦੇ ਵੀ ਨਜ਼ਰ ਨਹੀਂ ਆ ਸਕਣਗੇ ਜਦ ਤੱਕ ਕਿ ਸੁਸਾਇਟੀ ਪੂਰੀ ਸਾਰੇ ਨਾਲ, ਸਰਕਾਰਾਂ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜ ਕੇ ਇਹ ਕੰਮਾਂ ਵਿੱਚ ਸ਼ਾਮਿਲ ਨਹੀਂ ਹੁੰਦੀ। ਡਾਕਟਰ ਸਾਹਿਬ, ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਦਾ ਬੱਚਾ ਨਸ਼ੇ ਦੇ ਵਿੱਚ ਗ੍ਰਸਤ ਹੋ ਜਾਂਦਾ ਤਾਂ ਪਹਿਲਾਂ ਤਾਂ ਉਹਦੇ ਘਰ ਵਾਲੇ ਮੰਨਦੇ ਨਹੀਂ ਕਿ ਸਾਡਾ ਮੁੰਡਾ ਜਾਂ ਸਾਡੀ ਕੁੜੀ ਹੈਗੀ ਆ ਉਹ ਨਸ਼ਾ ਕਰਦੇ ਆ। ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਫਿਰ ਉਹ ਮੰਨਦੇ ਆ, ਫਿਰ ਤੁਹਾਡੇ ਕੋਲ ਉਹ ਆਉਂਦੇ ਹੈਗੇ ਆ। ਤਾਂ ਜਿਹੜਾ ਇੱਕ ਨਸ਼ੇ ਵਿੱਚ ਗ੍ਰਸਤ ਹੋ ਗਿਆ, ਕੋਈ ਨੌਜਵਾਨ ਹੋ ਗਿਆ ਜਾਂ ਮੁੰਡਾ ਜਾਂ ਕੁੜੀ, ਤਾਂ ਉਹਨੂੰ ਫਿਰ ਕਿਸ ਤਰ੍ਹਾਂ ਉਹ ਪੁਰਾਣੀ ਵਾਲੀ ਜ਼ਿੰਦਗੀ ਤੇ ਲਿਆਇਆ ਜਾ ਸਕਦਾ? ਉਹਨੂੰ ਇੱਕ ਤਾਂ ਤੁਸੀਂ ਇਲਾਜ ਕਰੋਗੇ, ਦੂਜਾ ਉਹਦਾ ਬਿਹੇਵੀਅਰ ਕਿੱਦਾਂ ਚੇਂਜ ਕੀਤਾ ਜਾ ਸਕਦਾ ਸਮਾਜਿਕ ਤੌਰ ਤੇ? ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਮਾਜ ਮੁੜ ਕੇ ਅਪਣਾਉਂਦਾ ਨਹੀਂ ਉਹਨਾਂ ਨੂੰ। ਜੀ, ਉਹਦੇ ਵਿੱਚ ਜਿਹੜਾ ਸਮਾਜ ਦਾ ਵੀ ਬਹੁਤ ਵੱਡਾ ਰੋਲ ਹੈ, ਉਹਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਕਿ ਜਦੋਂ ਇੱਕ ਵਿਅਕਤੀ ਕੋਈ ਗਲਤ ਪਾਸੇ ਵੱਲ ਨੂੰ ਚਲਾ ਗਿਆ, ਜਾਂ ਅਸੀਂ ਕਹੀਏ ਕਿ ਇੱਕ ਬਿਮਾਰੀ ਹੈ ਨਸ਼ੇ ਦੀ ਜਿਹੜੀ ਉਹਨੂੰ ਲੱਗ ਗਈ ਹੈ, ਜਿਹੜੀ ਕੋਈ ਵੀ ਬਿਮਾਰੀ ਲੱਗ ਜਾਂਦੀ ਹੈ ਤਾਂ ਉਹਦਾ ਇਲਾਜ ਕੀਤਾ ਜਾਂਦਾ। ਜਦੋਂ ਅਸੀਂ ਉਹਦਾ ਇਲਾਜ ਕਰਦੇ ਹਾਂ, ਉਹਦੀ ਦਵਾਈ ਦਿੰਦੇ ਹਾਂ, ਉਹਦਾ ਇਲਾਜ ਕਰਨ ਤੋਂ ਬਾਅਦ ਉਹਨੂੰ ਘਰ ਭੇਜਦੇ ਹਾਂ, ਤਾਂ ਉਹਨੂੰ ਹੋਰ ਜ਼ਿਆਦਾ ਪਰਿਵਾਰ ਵੱਲੋਂ ਔਰ ਸਮਾਜ ਵੱਲੋਂ ਸਪੋਰਟ ਦੀ ਲੋੜ ਹੁੰਦੀ ਹੈ। ਇਸ ਚੀਜ਼ ਦੇ ਵਾਸਤੇ ਅਸੀਂ ਸਮੇਂ-ਸਮੇਂ ਸਿਰ ਜਿਹੜੇ ਫੈਮਿਲੀ ਕਾਉਂਸਲਿੰਗ ਸੈਸ਼ਨਸ ਇੱਥੇ ਆਪਣੇ ਸੈਂਟਰ ਵਿੱਚ ਕੰਡਕਟ ਕਰਦੇ ਹਾਂ ਕਿ ਜਿਹੜੇ ਸਾਡੇ ਕੋਲ ਮਰੀਜ਼ ਇਲਾਜ ਵਾਸਤੇ ਆਉਂਦੇ ਹੈ, ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਗਾਈਡ ਕਰੀਦਾ ਹੈ, ਉਹਨਾਂ ਨੂੰ ਦੱਸੀਦਾ ਕਿ ਮਰੀਜ਼ ਨੂੰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਹੈ ਜਾਂ ਕਿਹੜੇ-ਕਿਹੜੇ ਕਾਰਨ ਹੈ ਕਿ ਉਹ ਦੁਬਾਰਾ ਨਸ਼ੇ ਵਾਲੇ ਪਾਸੇ ਜਾਂਦਾ। ਸੋ ਉਸ ਵਾਸਤੇ ਉਹਨਾਂ ਨੂੰ ਪਰਿਵਾਰ ਨੂੰ ਦਾ ਕੀ ਰੋਲ ਹੋਣਾ ਚਾਹੀਦਾ, ਪਰਿਵਾਰ ਨੇ ਉਸ ਸਮੇਂ ਤੇ ਇਹੋ ਜਿਹੇ ਸਮੇਂ ਤੇ ਕੀ ਕਰਨਾ, ਪਰਿਵਾਰ ਨੇ ਕਿਸ ਤਰ੍ਹਾਂ ਨਾਲ ਸਪੋਰਟ ਕਰਨਾ ਹੈ ਉਸ ਆਪਣੇ ਬੱਚੇ ਨੂੰ। ਸੋ ਉਸੇ ਤਰ੍ਹਾਂ ਹੀ ਜਿਹੜਾ ਸਮਾਜ ਨੇ ਵੀ ਉਹਨੂੰ ਬੱਚੇ ਨੂੰ ਸਪੋਰਟ ਕਰਨਾ। ਸੋ ਇਹ ਜਦੋਂ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ, ਸਾਰੀਆਂ ਚੀਜ਼ਾਂ ਇੱਕ ਨਾਲ ਸਾਥ ਜੁੜ ਜਾਣਗੀਆਂ, ਤਾਂ ਫਿਰ ਇਹਦੇ ਨਤੀਜੇ ਬਿਲਕੁਲ ਸਾਹਮਣੇ ਆਉਣੇ ਸ਼ੁਰੂ, ਫਿਰ ਹੀ ਅਸੀਂ ਨਸ਼ਾ ਮੁਕਤ ਜਿਹੜਾ ਆਪਣਾ ਪੰਜਾਬ ਔਰ ਦੇਸ਼ ਬਣਾ ਸਕਾਂਗੇ। ਡਾਕਟਰ ਸਾਹਿਬ, ਜੇ ਨਸ਼ਾ ਕੇਂਦਰ ਮੁਕਤ ਕੇਂਦਰ ਕਪੂਰਥਲੇ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕੁ ਜਿਹੜੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਨਸ਼ਾ ਮੁਕਤ ਕਰ ਚੁੱਕੇ ਹੋ ਤੇ ਉਹ ਆਮ ਜ਼ਿੰਦਗੀ ਹੁਣ ਜੀ ਰਹੇ ਆ? ਅਸੀਂ 2007 ਤੋਂ ਇਹ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਾਂ, ਨਵਜੀਵਨ ਕੇਂਦਰ। ਸੋ ਇਸ ਵਿੱਚ ਹੁਣ ਤੱਕ 25 ਤੋਂ 30 ਹਜ਼ਾਰ ਦੇ ਆਸ-ਪਾਸ ਮਰੀਜ਼ ਜਿਹੜੇ ਉਹ ਦਾਖਲ ਹੋ ਕੇ ਜਾ ਚੁੱਕੇ ਹੈ। ਇਸ ਤੋਂ ਇਲਾਵਾ ਸਿਰਫ ਦੂਸਰੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਸਾਡੇ ਕੋਲ ਚੱਲ ਰਹੇ ਹੈ ਕਿ ਜਿਹਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੁੰਦੀ, ਰੋਜ਼ ਆ ਕੇ ਦਵਾਈ ਖਾਣੀ ਹੈ ਜਾਂ ਹਫ਼ਤੇ ਪਿੱਛੋਂ ਆ ਕੇ ਦਵਾਈ ਲੈ ਕੇ ਜਾਣੀ ਹੈ। ਸੋ ਹੋਰ ਬੜੇ ਸਾਰੇ ਪ੍ਰੋਗਰਾਮਸ ਜਿਹੜੇ ਉਹ ਜਿਸ ਤਰ੍ਹਾਂ ਦੇ ਮਰੀਜ਼ ਦੀ ਰਿਕੁਆਇਰਮੈਂਟ ਹੈ, ਜਿਸ ਤਰ੍ਹਾਂ ਦੇ ਮਰੀਜ਼ ਨੂੰ ਸਹੂਲਤ ਹੈ, ਉਸ ਦੇ ਮੁਤਾਬਕ ਅਸੀਂ ਜਿਹੜਾ ਉਹਦਾ ਇਲਾਜ ਜਿਹੜਾ ਉਹ ਕਰ ਲੈਂਦੇ ਹਾਂ ਸ਼ੁਰੂ। ਸੋ ਮਰੀਜ਼ਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ ਔਰ ਇਹ ਇੱਕ ਪਾਸੇ ਚੰਗੀ ਗੱਲ ਵੀ ਹੈ ਕਿ ਜਦੋਂ ਲੋਕ ਨਸ਼ਾ ਛੱਡਣ ਵਾਸਤੇ ਆ ਰਹੇ ਹੈ, ਸਾਹਮਣੇ ਤੁਹਾਨੂੰ ਨੰਬਰ ਫਿਗਰਸ ਦਿਖ ਰਹੀ ਹੈ, ਤੇ ਇਹਦਾ ਮਤਲਬ ਕਿ ਲੋਕ ਨਸ਼ਾ ਛੱਡਣਾ ਚਾਹੁੰਦੇ ਹੈ, ਲੋਕ ਇਲਾਜ ਵਾਸਤੇ ਆਉਣਾ ਚਾਹੁੰਦੇ ਹੈ। ਔਰ ਦੂਸਰਾ ਇਹਦੇ ਵਾਸਤੇ ਕਿ ਸਰਕਾਰ ਜਿਹੜੀ ਹੈ ਔਰ ਜਿਹੜੀ ਐਨਫੋਰਸਮੈਂਟ ਏਜੰਸੀਜ਼ ਬਹੁਤ ਵਧੀਆ ਤਰ੍ਹਾਂ ਕੰਮ ਕਰ ਰਹੀਆਂ ਕਿ ਜਿਹੜੇ ਸਪਲਾਈ ਚੇਨ ਜਿਹੜੀ ਹੈ ਉਹਦੇ ਤੇ ਵੀ ਰੋਕ ਲੱਗੀ ਹੋਈ ਹੈ, ਜਿਸ ਕਰਕੇ ਕਿ ਲੋਕ ਨਸ਼ਾ ਨਾ ਮਿਲਣ ਕਰਕੇ ਜਾਂ ਨਸ਼ਾ ਘੱਟ ਮਿਲਣ ਕਰਕੇ ਇਲਾਜ ਵਾਲੇ ਪਾਸੇ ਜਾ ਰਹੇ ਹੈ। ਸੋ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੀ ਜ਼ਰੂਰਤ ਮੁਤਾਬਕ, ਉਹਨਾਂ ਦੀ ਲੋੜ ਮੁਤਾਬਕ ਸਾਰੀਆਂ ਸਹੂਲਤਾਂ ਉਹਨਾਂ ਨੂੰ ਅਵੇਲੇਬਲ ਕਰਾਈਏ, ਉਹਨਾਂ ਨੂੰ ਵਧੀਆ ਇਲਾਜ, ਵਧੀਆ ਦਵਾਈ, ਵਧੀਆ ਖਾਣਾ ਪੀਣਾ, ਵਧੀਆ ਮਾਹੌਲ ਜਿਹੜਾ, ਵਧੀਆ ਕਾਉਂਸਲਿੰਗ, ਉਹ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰਾਈਏ ਤਾਂ ਕਿ ਉਹ ਆਸਾਨੀ ਨਾਲ ਨਸ਼ੇ ਨੂੰ ਛੱਡ ਸਕਣ ਔਰ ਦੁਬਾਰਾ ਇਸ ਪਾਸੇ ਨਾ ਜਾਣ। ਡਾਕਟਰ ਸਾਹਿਬ, ਇਹ ਵੀ ਦੇਖਿਆ ਗਿਆ ਕਿ ਕਈ ਲੋਕ ਕਹਿੰਦੇ ਕਿ ਜਿਹੜਾ ਨਸ਼ਾ ਛੁਡਾਊ ਕੇਂਦਰ ਹੁੰਦੇ ਆ ਤੇ ਉੱਥੇ ਜਿਹੜਾ ਨਸ਼ਾ ਛੁਡਾਉਣ ਵਾਸਤੇ ਗੋਲੀਆਂ ਦਿੰਦੇ ਹੈਗੇ ਆ, ਤਾਂ ਕਹਿੰਦੇ ਕਿ ਕਈ ਜਿਹੜੇ ਨੌਜਵਾਨ ਉਹਨਾਂ ਫਿਰ ਗੋਲੀਆਂ ਦੇ ਆਦੀ ਹੋ ਜਾਂਦੇ, ਉਹ ਗੋਲੀਆਂ ਦੇ ਨਸ਼ੇ ਦੇ। ਇਹ 'ਚ ਕੀ ਸੱਚਾਈ ਹੈਗੀ ਆ? ਇਹ ਲੋਕਾਂ ਦੇ ਵਿੱਚ ਇੱਕ ਗਲਤ ਧਾਰਨਾ ਬਣੀ ਹੋਈ ਹੈ ਕਿ ਜਿਹੜੀਆਂ ਦਵਾਈ ਨਸ਼ਾ ਨਹੀਂ ਹੁੰਦੀ, ਦਵਾਈ ਹੁੰਦੀ ਹੈ, ਕਿ ਬਹੁਤ ਅਲੱਗ-ਅਲੱਗ ਤਰੀਕਿਆਂ ਦੀਆਂ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਅਵੇਲੇਬਲ ਹੈ ਇਹਦੇ ਇਲਾਜ ਦੇ ਵਾਸਤੇ। ਮੈਂ ਸਪੈਸ਼ਲੀ ਕਿਹਾ ਕਿ ਜਿਸ ਤਰ੍ਹਾਂ ਦੇ ਮਰੀਜ਼ ਦੀ ਰਿਕੁਆਇਰਮੈਂਟ ਹੈ, ਜਿਸ ਤਰ੍ਹਾਂ ਦੇ ਮਰੀਜ਼ ਨੂੰ ਲੋੜ ਹੈ, ਉਸ ਤਰ੍ਹਾਂ ਦੀ ਦਵਾਈ ਉਹਨੂੰ ਦਿੱਤੀ ਜਾਂਦੀ ਹੈ। ਦਵਾਈ ਲੰਬਾ ਟਾਈਮ ਖਾਣੀ ਪੈ ਸਕਦੀ ਹੈ, ਜ਼ਿਆਦਾ ਦੇਰ ਖਾਣੀ ਪੈ ਸਕਦੀ ਹੈ। ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਜਿਹੜਾ ਕਿ ਵਿਅਕਤੀ ਜਿਹੜਾ ਉਹ ਦਵਾਈ ਤੇ ਲੱਗ ਗਿਆ ਜਾਂ ਦਵਾਈ ਜਿਹੜੀ ਉਹ ਨਸ਼ਾ ਹੈ ਔਰ ਦਵਾਈ ਦਾ ਉਹ ਆਦੀ ਹੋ ਗਿਆ, ਇਸ ਤਰ੍ਹਾਂ ਨਹੀਂ ਹੁੰਦਾ। ਦਵਾਈ ਦਾ ਇੱਕ ਰੋਲ ਹੈ, ਦਵਾਈ ਦਾ ਇੱਕ ਕੰਮ ਹੈ ਕਿ ਜਿਸ ਤਰੀਕੇ ਨਾਲ ਦਵਾਈ ਨੇ ਅਸਰ ਕਰਨਾ ਹੈ ਔਰ ਉਸ ਤਰੀਕੇ ਨਾਲ ਉਹਦਾ ਦਵਾਈ ਦਾ ਜਿਹੜਾ ਜਿੰਨਾ ਸਮਾਂ ਦਵਾਈ ਚਲਾ ਕੇ ਉਹ ਹੌਲੀ ਕਰਕੇ ਤਰੀਕੇ ਨਾਲ ਬੰਦ ਕਰਨੀ ਹੈ ਤਾਂ ਕਿ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ ਔਰ ਦਵਾਈ ਦਾ ਪੂਰਾ ਉਹਨੂੰ ਅਸਰ ਮਿਲ ਸਕੇ। ਸੋ ਇਹ ਜਿਹੜੀਆਂ ਦਵਾਈਆਂ ਹੈ ਕੋਈ ਕਿਸੇ ਨੇ ਆਪਣੇ ਘਰ ਵਿੱਚ ਨਹੀਂ ਬਣਾਈਆਂ ਹੋਈਆਂ ਜਾਂ ਮੈਂ ਆਪਣੇ ਘਰ ਵਿੱਚ ਨਹੀਂ ਬਣਾਈਆਂ ਹੋਈਆਂ, ਇਹ ਐਵੀਡੈਂਸ ਬੇਸਡ ਹੈ। ਰਿਸਰਚ ਇੰਨੀ ਹੋ ਕੇ ਵਿਸ਼ਵ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਇਲਾਜ ਚੱਲਦੇ ਆ, ਜਿਹੜੀਆਂ ਦਵਾਈਆਂ ਚੱਲਦੀਆਂ, ਉਹ ਪੰਜਾਬ ਵਿੱਚ ਵਰਤੀਆਂ ਜਾਂਦੀਆਂ। ਸੋ ਉਹਨਾਂ ਨੂੰ ਇਸ ਤਰੀਕੇ ਦੇ ਨਾਮ ਦੇ ਕੇ ਅਸੀਂ ਮਰੀਜ਼ਾਂ ਨੂੰ ਇਲਾਜ ਤੋਂ
ਥੋੜਾ ਹੋਰ ਪਿੱਛੇ ਨੂੰ ਕਰ ਰਹੇ ਹਾਂ, ਸੁਸਾਇਟੀ ਨੂੰ ਗਲਤ ਮੈਸੇਜ ਦੇ ਰਹੇ ਹਾਂ। ਇਹ ਦਵਾਈਆਂ ਨਸ਼ਾ ਨਹੀਂ ਹੈ, ਦਵਾਈ ਹੁੰਦੀ ਹੈ, ਲੀਗਲ ਦਵਾਈ ਹੈ, ਸਰਕਾਰ ਵੱਲੋਂ ਮਨਜ਼ੂਰਸ਼ੁਦਾ ਦਵਾਈ ਹੈ, ਇੰਟਰਨੈਸ਼ਨਲ ਪੱਧਰ ਤੇ ਜਿਹੜੀਆਂ ਚੱਲ ਰਹੀਆਂ ਦਵਾਈਆਂ ਉਹ ਦਵਾਈਆਂ ਹੈ। ਸੋ ਇਹਨਾਂ ਬਾਰੇ ਇਸ ਤਰ੍ਹਾਂ ਦੇ ਧਾਰਨਾ ਫੈਲਾ ਕੇ ਅਸੀਂ ਨਸ਼ਾ ਛੁਡਾਉਣ ਦੀ ਮੁਹਿੰਮ ਵਿੱਚ ਕੋਈ ਯੋਗਦਾਨ ਨਹੀਂ ਪਾ ਰਹੇ, ਅਸੀਂ ਨਸ਼ਾ ਛੁਡਾਉਣ ਦੀ ਮੁਹਿੰਮ ਨੂੰ ਹੋਰ ਜ਼ਿਆਦਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਉਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਚਾਰ ਕਰਨ ਦੀ ਬਜਾਏ ਅਸੀਂ ਕਿਸੇ ਟੈਕਨੀਕਲ ਐਕਸਪਰਟ ਨਾਲ ਗੱਲ ਕਰਕੇ, ਕਿਸੇ ਨੂੰ ਤੋਂ ਸਲਾਹ ਲੈ ਕੇ, ਕਿਸੇ ਐਕਸਪਰਟ ਤੋਂ ਸਲਾਹ ਲੈ ਕੇ ਫਿਰ ਉਸ ਦੇ ਇਲਾਜ ਵਾਲੇ ਪਾਸੇ ਡਾਕਟਰ ਸਾਹਿਬ ਇਹ ਵੀ ਦੇਖਿਆ ਗਿਆ ਕਿ ਕਈ ਲੋਕੀ ਆਪਣੇ ਮਨ 'ਚ ਇਹ ਧਾਰਨਾ ਪਾਲੀ ਬੈਠੇ ਹੈਗੇ ਆ ਕਿ ਜਿਹੜੇ ਇਹ ਰਸਾਇਣਿਕ ਨਸ਼ੇ ਆ ਜਿਨ੍ਹਾਂ ਤੋਂ ਮੁਕਤੀ ਪਾਉਣੀ ਹੈ ਤਾਂ ਜਿਹੜੇ ਕੁਦਰਤੀ ਨਸ਼ੇ ਆ ਉਹ ਸ਼ੁਰੂ ਕਰ ਦੇਣੇ ਚਾਹੀਦੇ ਆ। ਇਹਦੇ ਬਾਰੇ ਕੀ ਤੁਹਾਡੇ ਵਿਚਾਰ ਹੈਗੇ ਆ? ਇਹ ਦੇਖੋ ਜੀ ਕਿ ਜਿਹੜੇ ਕੁਦਰਤੀ ਨਸ਼ੇ ਅਵੇਲੇਬਲ ਕਰਾਉਣਾ ਜਾਂ ਨਾ ਕਰਾਉਣਾ ਇਹ ਸਰਕਾਰਾਂ ਦਾ ਕੰਮ ਹੈ। ਪਾਲਿਸੀ ਇੱਕ ਸਰਕਾਰ ਦੀ ਪਾਲਿਸੀ ਹੈ, ਇਹ ਪਾਲਿਸੀ ਮੇਕਰਸ ਦਾ ਕੰਮ ਹੈ ਇਹਦੇ ਤੇ ਡਿਸੀਜਨ ਲੈਣਾ। ਇਹਦੇ ਤੇ ਬਹੁਤ ਜ਼ਿਆਦਾ ਡਿਬੇਟ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਡਿਬੇਟ ਹੋ ਕੇ ਹੀ ਇਹਦੇ ਤੇ ਕੋਈ ਡਿਸੀਜਨ ਲਿਆ ਜਾ ਸਕਦਾ, ਕਿਉਂਕਿ ਇਹਦੇ ਕੁਝ ਫਾਇਦੇ ਵੀ ਹੈ, ਕੁਝ ਨੁਕਸਾਨ ਵੀ ਹੈ। ਸੋ ਮੈਂ ਉਹਦੇ ਤੇ ਕਮੈਂਟ ਕਰਦਾ ਠੀਕ ਨਹੀਂ ਲੱਗਦਾ, ਕਿਉਂਕਿ ਇਹ ਬਹੁਤ ਉੱਪਰਲੇ ਲੈਵਲ ਤੇ ਹੋਣ ਵਾਲੇ ਡਿਸੀਜਨਸ ਹੈ। ਸੋ ਜੋ ਵੀ ਪਾਲਿਸੀ ਮੇਕਰਸ, ਜੋ ਵੀ ਸਰਕਾਰਾਂ ਇਹਦੇ ਤੇ ਡਿਸੀਜਨ ਲੈਣਗੀਆਂ, ਉਹ ਮੈਨੂੰ ਪੂਰਾ ਯਕੀਨ ਹੈ ਕਿ ਸੋਚ ਸਮਝ ਕੇ ਡਿਸੀਜਨ ਲੈਣਗੇ। ਪਰ ਡਾਕਟਰ ਸਾਹਿਬ ਕੀ ਰਸਾਇਣਿਕ ਨਸ਼ੇ ਦਾ ਤੋੜ ਹੋ ਸਕਦੇ ਆ ਕੁਦਰਤੀ ਨਸ਼ੇ, ਜੇ ਆਪਾਂ ਉਹਨੂੰ ਵਿਗਿਆਨ ਦੇ ਤਰੀਕੇ ਨਾਲ ਦੇਖੀਏ, ਡਾਕਟਰੀ ਭਾਸ਼ਾ ਦੇ ਤੌਰ ਤੇ ਦੇਖੀਏ? ਇਸ ਤਰ੍ਹਾਂ ਕਹਿਣਾ ਮੁਸ਼ਕਲ ਹੈ ਜੀ, ਕਿਉਂਕਿ ਮੈਡੀਸਿਨ ਜਿਹੜੀ ਹੈ ਉਹ ਇੱਕ ਇਜਾਦ ਕੀਤੀ ਹੋਈ ਦਵਾਈ ਜਿਹੜੀ ਹੈ ਉਹ ਬਹੁਤ ਰਿਸਰਚ ਤੋਂ ਬਾਅਦ ਬਣ ਕੇ ਸਾਹਮਣੇ ਆਈ ਹੈ। ਜਿਹੜੇ ਕੁਦਰਤੀ ਜਿਹੜੇ ਪਦਾਰਥ ਹੈ ਉਹ ਆਪਣੇ ਆਪ ਇੱਕ ਪੈਦਾ ਹੋਏ ਹੈ, ਉਹਨਾਂ ਤੇ ਵੀ ਅੱਗੇ ਰਿਸਰਚ ਕੀਤੀ ਜਾ ਸਕਦੀ ਹੈ, ਰਿਸਰਚ ਹੋਣੀ ਚਾਹੀਦੀ ਹੈ ਕਿ ਇਹਨਾਂ ਤੇ ਅਸੀਂ, ਜਿੱਦਾਂ ਮੈਂ ਕਿਹਾ ਕਿ ਡਿਬੇਟ ਹੋਣੀ ਚਾਹੀਦੀ ਹੈ, ਤੇ ਡਿਬੇਟ ਵਾਸਤੇ ਇਹ ਸਾਰੀਆਂ ਚੀਜ਼ਾਂ ਕਿ ਸਾਡੇ ਸਾਹਮਣੇ ਇਹਦੇ ਐਵੀਡੈਂਸ ਹੋਣੇ ਚਾਹੀਦੇ, ਸਾਡੇ ਸਾਹਮਣੇ ਇਹਨਾਂ ਦੇ ਪ੍ਰੂਫ ਹੋਣੇ ਚਾਹੀਦੇ, ਸਾਰੀਆਂ ਚੀਜ਼ਾਂ ਦੇ ਰਿਸਰਚ ਦੇ ਪ੍ਰੂਫ ਹੋਣੇ ਚਾਹੀਦੇ ਹੈ ਕਿ ਕਿਹੜੀ ਚੀਜ਼ ਲਾਭਦਾਇਕ ਹੈ, ਕਿਹੜੀ ਚੀਜ਼ ਨਹੀਂ ਲਾਭਦਾਇਕ, ਫਿਰ ਹੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਡਿਸੀਜਨ ਲਿਆ ਜਾ ਸਕਦਾ ਹੈ। ਡਾਕਟਰ ਸਾਹਿਬ ਕਈ ਵਾਰ ਦੇਖਿਆ ਕਿ ਇੱਕ ਨੌਜਵਾਨ ਹੋਵੇ ਜਾਂ ਉਹ ਨਸ਼ਾ ਛੱਡ ਦਿੰਦੇ ਆ ਤੇ ਉਸ ਤੋਂ ਬਾਅਦ ਕੁਝ ਸਮਾਂ ਪਾ ਕੇ ਫਿਰ ਉਹ ਨਸ਼ੇ ਦੇ ਆਦੀ ਹੋ ਜਾਂਦੇ ਆ, ਇਸ ਤਰ੍ਹਾਂ ਕਿਉਂ ਹੁੰਦਾ ਵਾ? ਦੇਖੋ ਇੱਕ ਬਿਮਾਰੀ ਹੈ, ਬਿਮਾਰੀ ਜਿਹੜੀ ਬਾਰ-ਬਾਰ ਹੋਣ ਵਾਲੀ ਬਿਮਾਰੀ ਹੈ। ਸੋ ਇਸ ਦੇ ਵਾਸਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਇਲਾਜ ਕਰਵਾ ਲੈਂਦੇ ਹਾਂ ਉਸ ਤੋਂ ਬਾਅਦ ਫੈਮਿਲੀ ਦਾ, ਸੁਸਾਇਟੀ ਦੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਹਦੇ ਵਾਸਤੇ ਬਹੁਤ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਲਾਜ ਕਰਾਉਣ ਤੋਂ ਬਾਅਦ ਉਸ ਬੱਚੇ ਦਾ ਫੋਲੋਅਪ ਕਰਾਉਣਾ, ਬੱਚੇ ਦਾ ਚੈੱਕਅਪ ਕਰਾਉਣਾ, ਬੱਚੇ ਦੀ ਦਵਾਈ ਚਲਾਉਣੀ, ਬੱਚੇ ਦੀ ਕਾਉਂਸਲਿੰਗ ਕਰਵਾਉਣੀ, ਉਹ ਵੀ ਉਨਾ ਹੀ ਜ਼ਰੂਰੀ ਹੁੰਦਾ ਕਿ ਜਿੰਨਾ ਕਿ ਇਲਾਜ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ। ਸੋ ਇਸ ਵਾਸਤੇ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਵੀ ਬੱਚੇ ਦਾ ਹਫ਼ਤੇ ਬਾਅਦ, 10 ਦਿਨ ਬਾਅਦ, ਮਹੀਨੇ ਬਾਅਦ ਜਦੋਂ ਵੀ ਉਹਨੂੰ ਕਾਉਂਸਲਿੰਗ ਸੈਸ਼ਨ ਦੀ ਲੋੜ ਹੈ ਤਾਂ ਉਹਨੂੰ ਕਾਉਂਸਲਿੰਗ ਵਾਸਤੇ ਲੈ ਕੇ ਆਂਦਾ ਜਾਏ। ਪੰਜਾਬ ਸਰਕਾਰ ਵੱਲੋਂ ਰੀਸੈਂਟਲੀ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ ਕਾਉਂਸਲਿੰਗ ਵਾਸਤੇ, ਮਾਨਸ ਪੋਰਟਲ, ਜਿਹਦੇ ਵਿੱਚ ਕਿ ਕੋਈ ਵੀ ਵਿਅਕਤੀ ਕਿਤੇ ਵਿਜ਼ਿਟ ਨਹੀਂ ਕਰ ਸਕਦਾ, ਹਸਪਤਾਲ 'ਚ ਨਹੀਂ ਜਾ ਸਕਦਾ, ਤਾਂ ਉਹ ਆਨਲਾਈਨ ਪੋਰਟਲ ਤੇ ਜਾ ਕੇ ਆਪਣੇ ਕਾਉਂਸਲਿੰਗ ਸੈਸ਼ਨਸ ਆਪਣਾ ਬੁੱਕ ਕਰਕੇ ਤਾਂ ਕਾਉਂਸਲਿੰਗ ਲੈ ਸਕਦਾ। ਸੋ ਇਸ ਵਾਸਤੇ ਜ਼ਰੂਰੀ ਹੈ ਕਿ ਜਦੋਂ ਵੀ ਐਸੇ ਬੱਚੇ ਨੂੰ ਕਦੀ ਤਲਬ ਮਹਿਸੂਸ ਹੁੰਦੀ ਹੈ ਜਾਂ ਲੱਗਦਾ ਕਿ ਮੈਂ ਨਸ਼ੇ ਵਾਲੇ ਪਾਸੇ ਜਾਣ ਨੂੰ ਮਨ ਕਰ ਰਿਹਾ, ਤਾਂ ਉਹਨੂੰ ਕਾਉਂਸਲਰ ਕੋਲ ਜਾਣਾ ਚਾਹੀਦਾ ਜਾਂ ਕਾਉਂਸਲਰ ਦੇ ਨਾਲ ਡਿਸਕਸ ਕੰਸਲਟ ਕਰਨ ਲੈਣਾ ਚਾਹੀਦਾ, ਬਜਾਏ ਕਿ ਨਸ਼ੇ ਵਾਲੇ ਪਾਸੇ ਜਾਣ ਤੇ। ਡਾਕਟਰ ਸਾਹਿਬ ਮੇਰਾ ਆਖਰੀ ਕੁਐਸਚਨ ਹੈਗਾ, ਕਈ ਵਾਰ ਜਿਹੜਾ ਨਸ਼ੇੜੀ ਬੰਦਾ ਹੈਗਾ ਉਹ ਕਹਿੰਦਾ ਉਹਨੂੰ ਸਮਾਜਿਕ ਸ਼ਰਮ ਲੱਗਦੀ ਹੈ ਕਿ ਮੈਂ ਨਸ਼ਾ ਕੇਂਦਰ ਦੇ ਵਿੱਚ ਨਹੀਂ ਜਾਣਾ, ਜਾਂ ਜੇ ਮੈਂ ਗਿਆ ਤਾਂ ਮੈਨੂੰ ਗੁਪਤ ਰੱਖਿਆ ਜਾਵੇ ਸਾਰਾ ਕੁਝ। ਇਸ ਤਰ੍ਹਾਂ ਦਾ ਵੀ ਇੱਥੇ ਆਪਣੇ ਨਸ਼ਾ ਕੇਂਦਰ 'ਚ ਹੁੰਦਾ ਕਿ ਕਿਸੇ ਦੀ ਜਿਹੜੀ ਪਹਿਚਾਣ ਹੈ ਉਹ ਗੁਪਤ ਰੱਖੀ ਜਾਂਦੀ? ਬਿਲਕੁਲ, ਇਹਦੇ ਤੇ 100% ਗਰੰਟੀਡ ਹੈ ਜੀ ਕਿ ਜੋ ਵੀ ਕਿਸੇ ਵੀ ਬੱਚੇ ਦਾ ਨਾਮ, ਪਤਾ, ਬੱਚੇ ਦੀ ਕੋਈ ਆਇਡੈਂਟੀਟੀ ਹੈ ਉਹ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਂਦੀ ਹੈ, ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾਂਦੀ। ਸੋ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਭਾਵਨਾ ਆਉਂਦੀ ਹੈ ਤਾਂ ਉਹ ਆਪਣੇ ਮਨ ਵਿੱਚੋਂ ਇਹ ਗੱਲ ਬਿਲਕੁਲ ਪੂਰੀ ਤਰ੍ਹਾਂ ਨਾਲ ਕੱਢ ਦੇਣ, ਛੱਡ ਦੇਣ ਕਿ ਅਸੀਂ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਡਾਟਾ ਸ਼ੇਅਰ ਕਰਦੇ ਹਾਂ, ਕਿਸੇ ਨਾਲ ਕੋਈ ਡਾਟਾ ਨਹੀਂ ਸ਼ੇਅਰ ਕਰਦੇ। ਗਵਰਨਮੈਂਟ ਨੂੰ ਵੀ ਰਿਪੋਰਟਸ ਜਾਂਦੀਆਂ, ਫਿਗਰਸ ਦੇ ਵਿੱਚ ਕੋਈ ਨਾਮ ਪਤੇ ਨਹੀਂ ਜਾਂਦੇ। ਜਦੋਂ ਪੁਲਿਸ ਨੂੰ ਜਾਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਏਜੰਸੀ ਨੂੰ ਕੋਈ ਵੀ ਰਿਪੋਰਟ ਜਾਣੀ ਹੁੰਦੀ ਹੈ ਤਾਂ ਉਹ ਨੰਬਰਸ ਜਾਂਦੇ ਆ ਕਿ ਇੰਨੇ ਮਰੀਜ਼ ਦਾਖਲ ਹੋਏ, ਇੰਨੇ ਮਰੀਜ਼ ਡਿਸਚਾਰਜ ਹੋਏ। ਉਹਦੇ ਵਿੱਚ ਕਿਸੇ ਦਾ ਨਾਮ, ਅਤਾ ਪਤਾ, ਕਿਸੇ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਜਾਂਦੀ। ਸੋ ਇਸ ਪਾਸੇ ਵੱਲੋਂ ਬਿਲਕੁਲ 100% ਗਰੰਟੀ ਹੈ ਕਿ ਕਿਸੇ ਦਾ ਕੋਈ ਵੀ ਡਾਟਾ, ਕਿਸੇ ਦੇ ਕੋਈ ਵੀ ਨਾਮ ਪਤਾ ਕੋਈ ਸ਼ੇਅਰ ਨਹੀਂ ਕੀਤਾ ਜਾਂਦਾ ਜੀ। ਤੋ ਇਹ ਸਨ ਨਸ਼ਾ ਛੁਡਾਊ ਕੇਂਦਰ ਕਪੂਰਥਲਾ ਦੇ ਇੰਚਾਰਜ ਡਾਕਟਰ ਸੰਦੀਪ ਫੁੱਲਾ ਹੋਣੀ, ਜਿਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿੰਨੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਥੇ ਨਸ਼ਾ ਮੁਕਤ ਕੀਤਾ ਜਾ ਚੁੱਕਿਆ ਹੈ। ਔਰ ਜੇ ਕੋਈ ਨਸ਼ੇੜੀ
ਇੱਥੇ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿਜਕ ਇੱਥੇ ਆ ਸਕਦਾ ਹੈਗਾ। ਉਹਦਾ ਨਾਮ ਪਤਾ ਸਭ ਕੁਝ ਗੁਪਤ ਰੱਖਿਆ ਜਾਂਦਾ ਹੈ ਤੇ ਲੋੜ ਹੈ ਕਿ ਸਾਨੂੰ ਜੇ ਕੋਈ ਕਿਸੇ ਦਾ ਪਰਿਵਾਰਕ ਮੈਂਬਰ ਜਾਂ ਕਿਸੇ ਦਾ ਬੱਚਾ ਇਸ ਤਰ੍ਹਾਂ ਦੀ ਲਾਹਨਤ ਵਿੱਚ ਫਸ ਗਿਆ ਤਾਂ ਉਸ ਨੂੰ ਜਿਹੜਾ ਸਮਾਜਿਕ ਸ਼ਰਮ ਨਹੀਂ ਮੰਨਣੀ ਚਾਹੀਦੀ, ਸਗੋਂ ਨਸ਼ਾ ਕੇਂਦਰ ਵਿੱਚ ਆ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਅੱਗੇ ਤੋਂ ਜਿਹੜੀ ਆ ਚੰਗੀ ਜ਼ਿੰਦਗੀ ਜੀ ਸਕੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਲ, NRA TV, ਕਪੂਰਥਲਾ। ਕੀ ਤੁਸੀਂ ਹਜੇ ਤੱਕ ਆਪਣੇ ਦਿਨ ਦੀ ਸ਼ੁਰੂਆਤ ਕੈਮੀਕਲ ਨਾਲ ਬਣੀ ਹੋਈ ਚਾਹ ਤੋਂ ਕਰ ਰਹੇ ਹੋ ਤੇ ਸਾਰਾ ਦਿਨ ਐਸਿਡਿਕ ਫੀਲ ਕਰ ਰਹੇ ਹੋ? ਨਾ 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 ਨਾ, ਚਾਹ ਨਹੀਂ ਛੱਡਣੀ, ਬਸ ਪਲੈਨਟ ਆਯੁਰਵੇਦਾ ਦੀ अर्जुन टी पीनी है। ये ਤੁਹਾਡੀ सेहत दी है बेस्ट फ्रेंड। अब घर बैठे ऑनलाइन कंसल्टेशंस करें टॉप MD आयुर्वेदा स्पेशलिस्ट के साथ, इंडिया का बेस्ट ऑनलाइन आयुर्वेदिक क्लिनिक, और पाएं सारी आयुर्वेदिक मेडिसिन की होम डिलीवरी वर्ल्ड वाइड। प्रॉब्लम कोई भी हो, सोल्यूशन सिर्फ एक, www.planetayurveda.com।